ਵੈਲਕਮ ਸਟੂਡੈਂਟਸ। ਅੱਜ ਅਸੀਂ ਗੱਲ ਕਰਾਂਗੇ ਪੈਨਸਲ ਸ਼ੇਡਿੰਗ ਦੀ। ਲਾਈਟ ਐਂਡ ਸ਼ੇਡ ਦੇ ਬਾਰੇ ਅੱਜ ਸਿੱਖਾਂਗੇ। तो ਅਸੀਂ ਸਿੱਖਾਂਗੇ ਕਿਵੇਂ ਅਸੀਂ ਆਪਣੇ ਆਬਜੈਕਟ ਨੂੰ, ਆਪਣੀ ਪੇਂਟਿੰਗ ਨੂੰ ਇੱਕ ਰੀਅਲਿਸਟਿਕ ਦਿਖਾ ਸਕਦੇ ਹਾਂ ਪੈਨਸਲ ਸ਼ੇਡਿੰਗ ਦੇ ਨਾਲ। ਇਹ ਬਹੁਤ ਆਸਾਨ ਹੈ। ਅਸੀਂ ਸਿੱਖਾਂਗੇ ਸ਼ੇਡਿੰਗ ਵੈਲਿਊਜ਼। ਸੋ ਜਦੋਂ ਸਾਡਾ ਆਬਜੈਕਟ ਲਾਈਟ ਦੇ ਵਿੱਚ ਹੁੰਦਾ ਹੈ, ਆਲਮੋਸਟ ਜਿੰਨੇ ਵੀ ਅਸੀਂ ਪੇਂਟਿੰਗ ਕਰਦੇ ਹਾਂ, ਆਬਜੈਕਟ ਬਣਾਉਂਦੇ ਹਾਂ, ਸਟਿਲ ਲਾਈਫ ਕਰਦੇ ਹਾਂ, ਤਾਂ ਸਾਨੂੰ ਲਾਈਟ ਐਂਡ ਸ਼ੇਡ ਦੀ ਵੈਲਿਊਜ਼ ਦਾ ਧਿਆਨ ਰੱਖਣਾ ਹੁੰਦਾ ਹੈ, ਜਿਸ ਨਾਲ ਸਾਡਾ ਜਿਹੜਾ ਆਬਜੈਕਟ ਹੈ, ਸਾਡੀ ਪੇਂਟਿੰਗ ਹੈ, ਸਾਡਾ ਮਾਡਲ ਹੈ, ਬਿਲਕੁਲ ਰੀਅਲਿਸਟਿਕ ਦਿਖਾ ਸਕਦੇ ਹਾਂ। ਇਹ ਜਿਹੜੀ ਲਾਈਟ ਐਂਡ ਸ਼ੇਡ ਆ, ਇਹ ਖਾਲੀ ਪੈਨਸਲ ਸ਼ੇਡਿੰਗ 'ਚ ਨਹੀਂ ਅਪਲਾਈ ਹੁੰਦਾ, ਲੇਕਿਨ ਇਹ ਸਾਰੇ ਹੀ ਕਲਰ 'ਚ ਅਪਲਾਈ ਹੁੰਦਾ, ਜਿਸ ਨਾਲ ਅਸੀਂ ਆਪਣੇ ਪੇਂਟਿੰਗ ਨੂੰ, ਆਪਣੇ ਆਬਜੈਕਟ ਨੂੰ ਬਿਲਕੁਲ ਰੀਅਲਿਸਟਿਕ ਦਿਖਾ ਦਿੰਦੇ ਹਾਂ, ਜਿਹਦੇ ਨਾਲ ਦੇਖਣ ਵਾਲੇ ਨੂੰ ਬਹੁਤ ਅੱਛਾ ਲੱਗਦਾ ਹੈ ਔਰ ਸਾਨੂੰ ਵੀ ਜਿਹੜੀ ਆ ਬੜੀ ਖੁਸ਼ੀ ਹੁੰਦੀ ਹੈ। ਸੋ ਅਸੀਂ ਸ਼ੇਡਿੰਗ ਵੈਲਿਊਜ਼ ਸਿੱਖਾਂਗੇ। ਲਾਈਟ ਐਂਡ ਡਾਰਕ ਕਿੱਥੋਂ ਹੁੰਦਾ ਸਾਡਾ ਆਬਜੈਕਟ, ਤਾਂ ਅਸੀਂ ਲਾਈਟ ਦਾ ਧਿਆਨ ਕਿਵੇਂ ਰੱਖਣਾ ਹੁੰਦਾ ਹੈ, ਸ਼ੇਡਿੰਗ ਡਾਰਕ ਕਿੱਥੇ ਕਰਨਾ ਹੁੰਦਾ ਹੈ ਔਰ ਇਹ ਕਿਵੇਂ ਸ਼ੇਡਿੰਗ ਕਰਨੀ ਹੁੰਦੀ ਹੈ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਿੱਖਾਂਗੇ। ਸੋ ਸ਼ੁਰੂ ਕਰਦੇ ਹਾਂ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਜਿਹੜੀ ਸਾਡੀ ਸੈਂਟਰ 'ਚ ਹੈ, ਅਸੀਂ ਇੱਕ ਲਾਈਟ ਲਈ ਆ ਔਰ ਦੀ ਬਾਈ ਸਾਈਡ, ਲੈਫਟ ਸਾਈਡ ਲਾਈਟ ਦੀ ਆਬਜੈਕਟ ਡਰਾ ਕੀਤਾ ਇੱਕ ਸਰਕਲ, ਅਤੇ ਇਸੇ ਤਰ੍ਹਾਂ ਦੂਸਰੀ ਡਾਇਰੈਕਸ਼ਨ 'ਚ ਦੂਸਰੇ ਐਂਗਲ 'ਤੇ ਵੀ ਅਸੀਂ ਦੂਸਰਾ ਸਰਕਲ ਡਰਾ ਕਰਦੇ ਹਾਂ। ਅਤੇ ਇਹਦਾ ਜਿਹੜਾ ਸੈਂਟਰ 'ਚ ਹੋਲ ਡਰਾ ਕੀਤਾ ਹੋਇਆ, ਇਹ ਇੱਕ ਹਾਈਲਾਈਟ ਦਿਖਾਉਂਦਾ ਵਾ, ਕਿਉਂਕਿ ਇਸ ਪਾਰਟ ਦੇ ਵਿੱਚ ਜਿਹੜੀ ਆ, ਇਸ ਲਾਈਟ ਜਿਹੜੀ ਹੈ, ਰੋਸ਼ਨੀ ਹੈ ਇਸ ਟਿਊਬ ਦੀ, ਇਸ ਬਲਬ ਦੀ ਬਹੁਤ ਹਾਈਲਾਈਟ ਜਿਹੜਾ ਰਿਫਲੈਕਟ ਕਰ ਰਹੀ ਹੈ, ਬਹੁਤ ਜ਼ਿਆਦਾ ਉੱਥੇ ਪੈ ਰਹੀ ਹੈ, ਇਸ ਕਰਕੇ ਇਹਨੂੰ ਅਸੀਂ ਹਾਈਲਾਈਟ ਰੱਖਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਬਿਲਕੁਲ ਸਾਡਾ ਆਬਜੈਕਟ ਲਾਈਟ ਦੇ ਨੀਚੇ ਹੁੰਦਾ, ਬਿਲਕੁਲ ਥੱਲੇ ਹੁੰਦਾ, ਅਤੇ ਜਿਹੜੀ ਸਾਡੀ ਸ਼ੇਡਿੰਗ ਹੈ ਬਿਲਕੁਲ ਟੌਪ 'ਤੇ ਆਊਗੀ, ਹਾਈਲਾਈਟ ਜਿਹੜਾ ਬਿਲਕੁਲ ਟੌਪ 'ਤੇ ਆਊਗਾ। ਇਸੇ ਤਰ੍ਹਾਂ ਜਦੋਂ ਅਸੀਂ ਸਾਡਾ ਜਿਹੜਾ ਆਬਜੈਕਟ ਆ, ਰੋਸ਼ਨੀ ਦੇ ਜਿਹੜੇ ਐਂਗਲ 'ਤੇ ਜਾਏਗਾ, ਡਿਫਰੈਂਟ ਐਂਗਲ 'ਤੇ ਜਾਏਗਾ, ਉਸੇ ਤਰ੍ਹਾਂ ਉਹਦੀ ਜਿਹੜੀ ਸ਼ੇਡਿੰਗ ਵੈਲਿਊਜ਼ ਆ ਚੇਂਜ ਹੁੰਦੀਆਂ ਜਾਣਗੀਆਂ, ਕਿਉਂਕਿ ਇਹਦੀ ਜਿਹੜੀ ਰੋਸ਼ਨੀ ਆ ਦੂਸਰੀ ਸਾਈਡ ਤੋਂ ਆਉਣੀ ਸ਼ੁਰੂ ਹੋ ਜਾਏਗੀ। ਇਸੇ ਤਰ੍ਹਾਂ ਜਿਹੜੇ ਬਾਕੀ ਦੇ ਸਰਕਲ ਵੀ ਅਸੀਂ ਡਰਾ ਕਰ ਲਾਂਗੇ। ਸਭ ਤੋਂ ਪਹਿਲਾਂ ਸਕੈਚਿੰਗ ਤੋਂ ਬਾਅਦ ਜਿਹੜਾ ਨੈਕਸਟ ਹੁੰਦਾ ਹੈ ਇੰਪੋਰਟੈਂਟ ਪਾਰਟ, ਉਹ ਸਾਡਾ ਹੁੰਦਾ ਹੈ ਸ਼ੇਡਿੰਗ ਦਾ ਜਾਂ ਕਲਰਿੰਗ ਦਾ। ਔਰ ਜਿੰਨਾ ਚਿਰ ਅਸੀਂ ਲਾਈਟ ਐਂਡ ਸ਼ੇਡ ਨਹੀਂ ਦਿਖਾਵਾਂਗੇ, ਉਹਨਾਂ ਚਿਰ ਜਿਹੜਾ ਸਾਡਾ ਆਬਜੈਕਟ ਹੈ ਜਾਂ ਸਾਡੀ ਪੇਂਟਿੰਗ ਹੈ ਬਿਲਕੁਲ ਓਰੀਜਨਲ ਨਹੀਂ ਲੱਗੇਗੀ, ਬਿਲਕੁਲ ਫੇਕ, ਸਾਡੀ ਜਿਹੜੀ ਪੂਰੀ ਮਿਹਨਤ ਹੈ ਸਾਨੂੰ ਅੱਛੀ ਨਹੀਂ ਲੱਗੇਗੀ। ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਅਸੀਂ ਆਪਣੇ ਆਬਜੈਕਟ ਨੂੰ ਰੀਅਲਿਸਟਿਕ ਦਿਖਾਉਣ ਲਈ ਲਾਈਟ ਐਂਡ ਸ਼ੇਡ ਦੇ ਜ਼ਰੂਰੀ ਵਰਤੋਂ ਕਰਦੇ ਹਾਂ। ਸੋ ਸਾਡੇ ਆਲਮੋਸਟ ਸਾਡੀ ਜਿਹੜੀ ਸਕੈਚਿੰਗ ਹੈ ਕੰਪਲੀਟ ਹੋ ਗਈ ਹੈ। ਸੋ ਅਸੀਂ ਲਗਭਗ ਸ਼ੇਡਿੰਗ ਵੱਲ ਜਾਂਦੇ ਹਾਂ। ਸੋ ਇੱਥੇ ਮੈਂ ਸਾਰਿਆਂ ਦਾ ਜਿਹੜਾ ਮੇਨ ਹਾਈਲਾਈਟ ਆ ਉਹ ਆਲਰੇਡੀ ਅਸੀਂ ਡਰਾ ਕਰਦੇ ਹਾਂ। ਹੁਣ ਅਸੀਂ ਪੈਨਸਲ ਸ਼ੇਡਿੰਗ ਕਰਾਂਗੇ। ਬਿਲਕੁਲ ਸੌਫਟ ਹੱਥ ਦੇ ਨਾਲ ਤੁਸੀਂ ਸ਼ੇਡਿੰਗ ਕਰਨੀ ਹੈ, ਇਸ ਤਰ੍ਹਾਂ ਹਲਕਾ ਹਲਕਾ ਮਿਕਸ ਕਰਦੇ ਹੋਏ। ਔਰ ਜਿੱਥੇ ਸਾਡਾ ਬਹੁਤ ਹਾਈਲਾਈਟ ਆ, ਬਹੁਤ ਜ਼ਿਆਦਾ ਰਿਫਲੈਕਟ ਹੋ ਰਿਹਾ ਵਾ, ਰੋਸ਼ਨੀ ਪੈ ਰਹੀ ਹੈ, ਉੱਥੇ ਅਸੀਂ ਵਾਈਟ ਛੱਡ ਦਾਂਗੇ ਔਰ ਹੱਥ 'ਤੇ ਥੋੜ੍ਹਾ ਪ੍ਰੈਸ਼ਰ ਦਿੰਦੇ ਹੋਏ ਪੈਨਸਲ ਨੂੰ ਅੱਗੇ ਥੋੜ੍ਹਾ ਡਾਰਕ ਕਰਦੇ ਜਾਵਾਂਗੇ। ਇਸੇ ਤਰ੍ਹਾਂ ਸਾਰੀ ਮਿਕਸ ਕਰ ਲਾਂਗੇ। ਔਰ ਜਿੱਥੇ ਅਸੀਂ ਜ਼ਿਆਦਾ ਡਾਰਕ ਕਰਨਾ, ਐਕਸਟਰਾ ਡਾਰਕ ਕਰਨਾ, ਉੱਥੇ ਅਸੀਂ ਹੱਥ 'ਤੇ ਥੋੜ੍ਹਾ ਪ੍ਰੈਸ਼ਰ ਦੇ ਨਾਲ ਸ਼ੇਡਿੰਗ ਕਰਾਂਗੇ। ਔਰ ਜਿੰਨਾ ਅਸੀਂ ਜ਼ਿਆਦਾ ਪ੍ਰੈਸ਼ਰ ਪਾਵਾਂਗੇ, ਸਾਨੂੰ ਉਹਦੀ ਟੋਨ ਆ ਜਿਹੜੀ ਡਾਰਕ ਮਿਲੇਗੀ। ਔਰ ਇਸੇ ਤਰ੍ਹਾਂ ਜਿਵੇਂ ਅਸੀਂ ਲਾਈਟ ਪ੍ਰੈਸ਼ਰ ਪਾਵਾਂਗੇ ਤਾਂ ਜਿਹੜੀ ਸਾਡੀ ਸ਼ੇਡਿੰਗ ਆ ਉਹ ਲਾਈਟ ਹੁੰਦੀ ਜਾਏਗੀ। ਜਿੰਨੇ ਹਲਕੇ ਹੱਥ ਦੇ ਨਾਲ ਅਸੀਂ ਸ਼ੇਡਿੰਗ ਕਰਾਂਗੇ, ਸਾਨੂੰ ਉਹਦੀ ਲਾਈਟ ਟੋਨ ਮਿਲੇਗੀ। ਅਗਰ ਅਸੀਂ ਪ੍ਰੈਸ਼ਰ ਦੇ ਨਾਲ ਸ਼ੇਡਿੰਗ ਕਰਾਂਗੇ ਤਾਂ ਸਾਨੂੰ ਡਾਰਕ ਟੋਨ ਮਿਲੇਗੀ। ਇਸੇ ਤਰ੍ਹਾਂ ਜੋ ਬਲਬ ਦੇ ਇਸ ਲਾਈਟ ਦੇ ਓਪੋਸਾਈਡ ਆ, ਉੱਧਰ ਸਾਡੀ ਜਿਹੜੀ ਆ ਰੋਸ਼ਨੀ ਨਹੀਂ ਪੈ ਰਹੀ, ਉੱਧਰੋਂ ਇਹ ਸਾਡਾ ਆਬਜੈਕਟ ਆ ਡਾਰਕ ਹੋਏਗਾ। ਅਸੀਂ ਸਾਰਾ ਇਹਨੂੰ ਮਿਕਸ ਕਰਾਂਗੇ ਹਲਕਾ ਹਲਕਾ ਅੱਛੇ ਤਰੀਕੇ ਨਾਲ। ਸੋ ਧਿਆਨ ਦੇ ਨਾਲ ਦੇਖੋ ਟੈਕਨੀਕ। ਔਰ ਥੋੜ੍ਹਾ ਹੋਰ ਐਕਸਟਰਾ ਡਾਰਕ ਦਿਖਾਵਾਂਗੇ ਔਰ ਡਾਰਕ ਨੂੰ ਥੋੜ੍ਹਾ ਮਿਕਸ ਕਰਾਂਗੇ ਦੂਸਰੀ ਸ਼ੇਡਿੰਗ 'ਚ। ਬਿਲਕੁਲ ਆਰਾਮ ਦੇ ਨਾਲ। ਇਸੇ ਤਰ੍ਹਾਂ ਇਹਦਾ ਸ਼ੈਡੋ ਦਿਖਾਵਾਂਗੇ, ਕਿਉਂਕਿ ਜਿਹੜੀ ਚੀਜ਼
ਪ੍ਰਕਾਸ਼ ਦੇ ਸੰਪਰਕ ਦੇ ਵਿੱਚ ਆਉਂਦੀ ਆ ਤੇ ਉਹਦੇ ਉੱਤੇ ਸ਼ੈਡੋ ਜ਼ਰੂਰ ਬਣਦਾ ਉਹਦਾ। ਸ਼ੈਡੋ ਨਾਲ ਇਹ ਬਿਲਕੁਲ ਸਾਡੇ ਕੋਲ ਜਿਹੜੀ ਅਸਲੀ ਬॉल ਦੀ ਤਰ੍ਹਾਂ ਲੱਗ ਰਹੀ ਹੈ। ਔਰ ਇਹ ਥੋੜਾ ਉਹਨੂੰ ਹਾਈਲਾਈਟ ਕਰ ਦਾਂਗੇ ਸਾਈਡ ਤੋਂ ਔਰ ਰੇਜ਼ਰ ਦੇ ਨਾਲ ਜਿਹੜੀ ਉਹਨੂੰ ਪੂਰੀ ਰਿਫਲੈਕਸ਼ਨ ਦਿਖਾ ਦਾਂਗੇ। ਨੈਕਸਟ ਅਸੀਂ ਜਿਹੜਾ ਸਾਡਾ ਦੂਸਰਾ ਸਰਕਲ ਆ ਇੱਥੇ ਅਸੀਂ 8B ਨੂੰ ਯੂਜ਼ ਕਰਾਂਗੇ। ਇਹ ਤਾਂ ਮੈਂ ਸਿੰਪਲ ਪੈਨਸਿਲ ਯੂਜ਼ ਕੀਤੀ ਇੱਥੇ। ਔਰ ਨੈਕਸਟ ਅਸੀਂ ਸ਼ੇਡਿੰਗ ਪੈਨਸਿਲ ਜਿਹੜੀ ਹੈ ਯੂਜ਼ ਕਰਾਂਗੇ 8B। बहुत ज़्यादा डार्क वैल्यूज़ के लिए होंदियां शेडिंग पेंसिल, पर ये साडे हत्थ ते साडे डिपेंड करदा साडे उत्ते असीं किस तरह शेडिंग करनी है। ये बहुत डार्क पेंसिल है लेकिन इहदे नाल भी असीं लाइट जिहड़ी है शेडिंग कर सकते हैं कि जिन्ना असीं ज़्यादा प्रैशर पावांगे उन्ना साडे ज़्यादा जिहड़ा डार्क टोन मिलेगी। अगर हत्थ ते प्रैशर नहीं पावांगे लाइट रखांगे तो सानू लाइट टोन मिलेगी। इस तरह हल्का हल्का मिक्स करते रहना। मिक्स करांगे। देखो इस पेंसिल ते दूसरी वाली जी पेंसिल से काफ़ी फर्क है। ये शेडिंग पेंसिल आ 8B है तो सिंपल साढ़े को पेंसिल HB दी। तो यदी जी टोन आ काफ़ी डार्क है, डीप टोन है कह सकते हैं, डीप डार्क वैल्यू दिखाने के लिए जो भी असी यूज़ करते हैं। पर ये साढ़े उत्ते डिपेंड करता है कि असी किवें शेडिंग करनी है। असी 8B दे नाल भी लाइट टोन लै सकते हैं, ये साढ़े ते डिपेंड करता। सो इसलिए तुसी कोई भी एक्सट्रा समान परचेज करने की लोड़ नहीं। जो भी तुहाडे कोल है सोर्स पेंसिल जिहड़ी भी है उहदे नाल ही तुसी अच्छी शेडिंग कर सकते हो। क्योंकि ये तुहाडी मेहनत आ, तुसी जो कुछ भी कर सकते हो। तो किसी भी पेंसिल दे नाल तुसी अच्छा काम कर सकते हो। तो इस तरह असी दिखाया भी जी साड़ी दूसरा ऑब्जेक्ट है वो थोड़ा नीचे है तो यदी जी हाईलाइट आ थोड़ा साइड तो इस तरह जो बिल्कुल नीचे है साढ़े को थर्ड वाला सेंटर वाला यदी जी रोशनी है बिल्कुल टॉप पर आ रही है। जो असी टॉप तो बिल्कुल जिथे हाईलाइट दिखाना पार्ट उत्थे असी शेडिंग करांगे नहीं। सो बाकी हौली हौली लाइट टू डार्क आवांगे, सॉरी लाइट टू डार्क आते हुए इनू मिक्स करते हुए चलना। पहला हल्का हल्का लाइट किया फिर हौली हौली फिर डार्क टोन वाल लैके गए। सो याद रखना मिक्स करनी है शेडिंग, मिक्स करते हुए चलना। कोई साढ़े को लाइन नहीं नज़र आनी चाहिए। इसी तरह इसका जोड़ा शैडो आ बिल्कुल सेंटर च पएगा। जिवें दा ऑब्जेक्ट है उस तरह की उसकी शैडो होंगी है अकॉर्डिंग टू लाइट। अगर लाइट दूर तो आ रही है जिवें सवेर के समय सूरज की लाइट फड़ के देखिए तो परछावें लंबे होंगे आ, इस तरह शाम को परछावें लंबे होंगे। तो बिल्कुल दोपहर के वेले जो सूरज सिर पर होंदा है बिल्कुल सेंटर च उदों जिहड़ा शैडो आ बिल्कुल छोटा हो जाता है लाइक दिस। इस तरह जिवें इस बॉल का है।
ਸੋ ਇਸੇ ਤਰ੍ਹਾਂ ਅਸੀਂ ਸਾਰੇ ਆਬਜੈਕਟ ਨੂੰ ਸ਼ੇਡਿੰਗ ਕਰਾਂਗੇ। ਜਿਵੇਂ ਅਸੀਂ ਹੁਣ ਦੇਖਦੇ ਹਾਂ ਕਿ ਜਿਸ ਸਾਈਡ ਤੋਂ ਸਾਡੇ ਆਬਜੈਕਟ ਨੂੰ ਲਾਈਟ ਪੈਂਦੀ ਹੈ ਸਾਡੇ ਆਬਜੈਕਟ 'ਤੇ ਉਸ ਸਾਈਡ 'ਤੇ ਬਹੁਤ ਹਾਈਲਾਈਟ ਦਿਖਾਉਣਾ ਹੁੰਦਾ ਹੈ, ਔਰ ਦੂਸਰੀ ਸਾਈਡ 'ਤੇ ਅਸੀਂ ਡਾਰਕ ਜਿਹੜੀ ਹੈ ਦਿਖਾਉਣੀ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡਾ ਆਬਜੈਕਟ ਹੈ ਬਿਲਕੁਲ ਰੀਅਲਿਸਟਿਕ ਲੱਗਦਾ ਹੈ। ਸੋ ਜਿਵੇਂ ਅਸੀਂ ਇਸ ਪਿਕਚਰ 'ਚ ਦੇਖਦੇ ਹਾਂ ਬਿਲਕੁਲ ਡਿਟੇਲਿੰਗ ਦੇ ਨਾਲ ਦੱਸਿਆ ਹੈ, ਔਰ ਇਸ ਪਿਕਚਰ ਨੂੰ ਥੋੜ੍ਹਾ ਧਿਆਨ ਦੇ ਨਾਲ ਦੇਖੋ। ਹਾਈਲਾਈਟ, ਲਾਈਟ, ਰਿਫਲੈਕਟ ਲਾਈਟ, ਸ਼ੈਡੋ ਐਂਡ ਕੌਸ ਸ਼ੈਡੋ।